ਅੱਜ ਦੀ ਗੁਰਮਤ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਅਰਦਾਸ ਦੀ ਜੋ ਸਿੱਖ ਰਹਿਤ ਮਰਿਆਦਾ ਦੇ ਅੰਦਰ ਸ਼ਬਦਾਵਲੀ ਹੈ ਉਸ ਦੀ ਵਿਸਥਾਰ ਸਹਿਤ ਵਿਆਖਿਆ ਸਾਂਝੀ ਕਰ ਰਹੇ ਹਨ। तो ਅੱਜ ਦੇ ਜੋ ਲਫ਼ਜ਼ ਹਨ ਜਿਨ੍ਹਾਂ ਦੀ ਉਹਨਾਂ ਨੇ ਵਿਆਖਿਆ ਕਰਨੀ ਹੈ ਉਹ ਹੈ ਵਿਸਾਹ ਦਾਨ ਅਤੇ ਭਰੋਸਾ ਦਾਨ ਦੇ ਲਫ਼ਜ਼ਾਂ ਦੇ ਬਾਰੇ 'ਚ। तो आओ वीर जी हरजीत सिंह जी पासों इन्हां शब्दों की विस्तृत जानकारी प्राप्त करिए जी। वाहिगुरू जी का खालसा वाहिगुरू जी की फतेह। वाहिगुरू साहिब जीओ। एक ओंकार सतनाम करता पुरख निर्भव निर्वैर अकाल मूरत अजूनी सैवं गुर प्रसाद। वाहिगुरू 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 वाहिगुरू। वाहिगुरू जी का खालसा वाहिगुरू जी की फतेह। सम्मानयोग गुरु सवारियो, सिख रहत मर्यादा विच अरदास का जो स्वरूप दिता गया है उसकी शब्दावली की लड़ीवार विचार असीं कर रहे हाँ। पिछले हफ्ते असीं विवेक दान के उत्ते विचार की है। गुरमत का विवेक की है, विवेक दान क्यों मंगिया जाता है, ये विचार असीं आप जी नाल पिछले हफ्ते साझियां कर चुके हाँ। और ये भी असीं गल कीती सी, प्यारे इन बिद मिलन न जाई मैं किए कर्म अनेका हार पड़ियो स्वामी कै द्वारे दीजे बुद्ध विवेका। तो ये दान असीं गुरु तो मंगते हाँ ते अगला दान असीं मंगते हाँ विसाह दान ते भरोसा दान। ये बहुत ही निखड़वे जे शब्द हैं, आपो दे विच इन्हां दा गहरा संबंध है, इन्हां शब्दों का आपो विच गहरा संबंध है। विसाह असल विच वाहिगुरू दी होंद दा एक भरोसा है, एक यकीन है कि उसकी थोड़ी दा एक भाव वो सदा सहाई होंद दा एक अखर है जिहड़ा साडा उसते विश्वास ये बनाता है कि वाहिगुरू सदा ही सहाई होने वाला है। विश्वास के लफ्जी अर्थ हैं प्रतीत, पूर्ण तौर पर विश्वास। इसका संबंध मनुख की करनी नाल है, जिहड़ा करनी की कसवटी ते पूरा उतरदा है उन्होंने ये विसाह की पदवी जिहड़ी है वो प्राप्त होती। भाव विसाह की कसवटी तो चल के ही उन्होंने मालक के प्यार के विच रंगन की जांच आती। जदों तक मालक के प्यार के विच रंगिया नहीं जाता उदों तक उहदे जीवन की यात्रा सफल नहीं। प्रतीत हिए आई जिन 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 जन के तिनको उत्तम तिनको पदवी ऊंच पई। 1402 अंक ते श्लोक क्या कमाल दा है। प्रतीत हिए आई जिन जिनका तिनको पदवी ऊंच पई। जिन्हां दे हिरदे च भरोसा बन गया, प्रतीत बन गई, विश्वास बन गया, उच्ची पदवी के मालक बन गए। ये गल असीं सुखमणी की बाणी विच भी पढ़ते हाँ, जाके मन गुर की प्रतीत तिस जन आवे हर प्रभ जीत। उस जिहदे अंदर भरोसा है, विश्वास है, उहदे चित्त विच ही प्रभु टिकदा है, उहदी याद टिकदी है। फिर भगत भगत सुनिए ते लोए, वही जिहड़ा है भगत बनता है। उन्हें भगत भगत किया जाता है क्योंकि प्रतीत बन गई, भरोसा बन गया।
ਇਹ ਗੱਲਾਂ ਕੇਵਲ ਕਹਿੰਦੀਆਂ ਨਹੀਂ ਹਨ। ਬੜਾ ਪਿਆਰਾ ਬਚਨ ਸਤਿਗੁਰੂ ਦਾ ਗੁਰਬਾਣੀ ਚ ਆਉਂਦਾ ਹੈ, ਕਹਿਤ ਸੁਨਤ ਕਿਛ ਸ਼ਾਂਤ ਨਾ ਉਪਜਤ, ਬਿਨ ਵਿਸ਼ਵਾਸ ਕਿਆ ਸ਼ੇਖਾ। ਉਹ ਸ਼ੇਖਾ ਰੱਬ ਦੇ ਘਰ ਦੀਆਂ ਅੱਲਾ ਦੀਆਂ ਗੱਲਾਂ ਕਰਨ ਵਾਲਿਆ, ਕੇਵਲ ਕਹਿਣ ਨਾਲ ਸੁਣਨ ਨਾਲ ਅੰਦਰ ਸ਼ਾਂਤੀ ਪੈਦਾ ਨਹੀਂ ਹੁੰਦੀ, ਉਸ ਪ੍ਰੀਤਮ ਦੀ ਗੱਲ ਸਮਝ ਨਹੀਂ ਆਉਂਦੀ ਜਦ ਤੱਕ ਉਹਦੇ ਤੇ ਵਿਸ਼ਵਾਸ ਤੇ ਵਿਸਾਹ ਪ੍ਰਤੀਤ ਨਹੀਂ ਪਾਉਂਦੇ। ਬਿਨ ਵਿਸਾਸ ਕਿਆ ਸ਼ੇਖਾ, ਕੀ ਹੋਏਗਾ, ਕੀ ਭਰੋਸਾ ਨਹੀਂ ਤੇ ਕੀ ਬਣੇਗਾ, ਕੁਝ ਵੀ ਨਹੀਂ, ਗੱਲਾਂ ਕਰਨ ਨਾਲ ਹੀ ਹੋਣੀਆਂ। ਬੜਾ ਹੀ ਪਿਆਰਾ ਬੋਲ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦਾ ਹੈ, ਭਗਤ ਨਾਮਦੇਵ ਜੀ ਨੇ ਲਿਖਿਆ ਹੋਇਆ। ਕਹਿਣ ਲੱਗੇ ਧਰਮ ਦੇ ਆਗੂ, ਤੂੰ ਸਾਰੀ ਜ਼ਿੰਦਗੀ ਹੋ ਗਈ ਪਰਮਾਤਮਾ ਦੀ ਬੰਦਗੀ ਕਰ ਰਿਹਾ, ਜੇ ਤੈਨੂੰ ਉਹਦਾ ਦਰਸ਼ਨ ਨਹੀਂ ਹੋਇਆ, ਅਜੇ ਤੱਕ ਦੀਦਾਰ ਨਹੀਂ ਹੋਇਆ, ਤੂੰ ਉਹੀ ਸਵਾਲ ਕਰੀ ਜਾਂਦਾ ਕਿ ਮੈਨੂੰ ਰੱਬ ਦਾ ਦੀਦਾਰ ਨਹੀਂ ਹੋਇਆ। ਪਰ ਮੈਂ ਰੱਬ ਦਾ ਦੀਦਾਰ ਕਰ ਲਿਆ, ਆ ਤੈਨੂੰ ਦੱਸਾਂ ਵੀ ਕਾਰਨ ਕੀ ਹੈ। ਅੱਜ ਨਾਮੇ ਬਿਥਲ ਦੇਖਿਆ ਮੂਰਖ ਕੋ ਸਮਝਾਉਂਗੇ ਸ਼ਬਦ ਹੈ। ਬੜਾ ਕਮਾਲ ਦੀਆਂ ਗੱਲਾਂ ਨੇ। ਤਤਸਾਰ ਜਿਹੜੇ ਸ਼ਬਦ ਆਏ ਹੈ ਕਿ ਜਿਸ ਦੀ ਤੂੰ ਬੰਦਗੀ ਕਰਦਾ ਹੈ, ਜਿਸ ਇਸ਼ਟ ਨੂੰ ਤੂੰ ਪੂਜਦਾ ਹੈ, ਅਸਲ ਵਿੱਚ ਤੇਰੀ ਪ੍ਰਤੀਤ, ਤੇਰਾ ਵਿਸਾਹ ਉਹਦੇ ਤੇ ਬਣਿਆ ਹੀ ਨਹੀਂ। ਜੇ ਤੇਰਾ ਤੈਨੂੰ ਆਪਣੀ ਪ੍ਰਤੀਤ ਹੀ ਨਹੀਂ ਬਣੀ, ਸ਼ੱਕ ਦੀ ਨਜ਼ਰ ਨਾਲ ਹੀ ਦੇਖੀ ਜਾਵੇਗਾ, ਉਹਦੇ ਦੀਆਂ ਊਣਤਾਈਆਂ ਤੇ ਕਮੀਆਂ ਦੀ ਨਜ਼ਰ ਤੇਰੀਆਂ ਨਜ਼ਰ ਵਿੱਚ ਉਹਦੀਆਂ ਊਣਤਾਈਆਂ ਤੇ ਕਮੀਆਂ ਹੋਣਗੀਆਂ, ਫਿਰ ਤੈਨੂੰ ਕਦੇ ਵੀ ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਸਿੱਖੀ ਦੇ ਅੰਦਰ ਇਹ ਚੀਜ਼ ਬੜਾ ਹੀ ਮਾਇਨੇ ਰੱਖਦੀ ਹੈ, ਬੜੀ ਇੰਪੋਰਟੈਂਟ ਚੀਜ਼ ਹੈ। ਵਿਸ਼ਵਾਸ ਤੇ ਭਰੋਸਾ ਤੇ ਵਿਸਾਹ ਦੀ ਗੱਲ ਜਿਹੜੀ ਗੁਰਬਾਣੀ ਦੀ ਵਿੱਚ ਕੀਤੀ ਗਈ ਹੈ। ਕਿਉਂ? ਕਿਉਂਕਿ ਵਿਸਾਹ ਵਾਲਾ ਮਨੁੱਖ ਕਦੀ ਡੋਲਦਾ ਨਹੀਂ, ਉਹ ਗੁਰੂ ਨੂੰ ਆਪਣੇ ਹਮੇਸ਼ਾ ਅੰਗ ਸੰਗ ਸਮਝਦਾ ਹੈ ਤੇ ਗੁਰੂ ਦੀ ਹਰ ਵੇਲੇ ਫਿਰ ਵਡਿਆਈ ਕਰਦਾ। ਗੁਰੂ ਦੀ ਗੱਲਾਂ ਦੇ ਵਿੱਚ ਕਦੀ ਕਮਜ਼ੋਰੀ ਜਾਂ ਊਣਤਾ ਹੀ ਨਹੀਂ ਕੱਢਦਾ। ਇਹ ਕਿਉਂ ਲਿਖਿਆ ਜੀ, ਇਹ ਕਿਸ ਤਰ੍ਹਾਂ ਹੋ ਗਿਆ ਜੀ, ਇਹ ਅਸੀਂ ਦਲੀਲਾਂ ਦੇ ਘੋੜੇ ਦੜਾਉਂਦੇ ਹਾਂ। ਜਿਹਦਾ ਵਿਸ਼ਵਾਸ ਤੇ ਜਿਹਦਾ ਭਰੋਸਾ ਹੈ, ਉਹ ਦਲੀਲਾਂ ਦੇ ਘੋੜੇ ਨਹੀਂ ਦੜਾਉਂਦਾ, ਸਮਝਣ ਦਾ ਯਤਨ ਤਾਂ ਕਰਦਾ ਹੈ। ਲੇਕਿਨ ਕਦੀ ਨੁਕਸ ਕੱਢਣ ਦੀ ਗੱਲ, ਜੇ ਗੁਰੂ ਸਾਹਿਬ ਕੇਸ ਨਾ ਰਖਾਉਂਦੇ, ਜੇ ਗੁਰੂ ਸਾਹਿਬ ਕਿਰਪਾਨ ਦੀ ਗੱਲ ਨਾ ਕਰਦੇ, ਜੇ ਗੁਰੂ ਸਾਹਿਬ ਸਾਨੂੰ ਇਹ ਨਾ ਗੱਲ ਕਰਦੇ, ਇਹ ਅਸਲ ਵਿੱਚ ਬੇਪ੍ਰਤੀਤੀ ਦੇ ਵਿੱਚੋਂ ਗੱਲਾਂ ਦਾ ਜਨਮ ਹੁੰਦਾ ਹੈ। ਜਦ ਤੱਕ ਸਾਡਾ ਪ੍ਰਤੀਤ ਨਹੀਂ, ਵਿਸ਼ਵਾਸ ਨਹੀਂ, ਭਰੋਸਾ ਨਹੀਂ, ਇਹ ਗੱਲਾਂ ਦਾ ਜਨਮ ਹੋਏਗਾ। ਕਿਉਂਕਿ ਜਾਂ ਕੇ ਹਰ ਧਨ ਸੋ ਸੱਚਾ ਸ਼ਾਹ, ਗੁਰ ਪੂਰੇ ਕਰ ਦੀਨੋ ਵਿਸਾਹ। ਜਿਹਦੇ ਕੋਲ ਵਾਹਿਗੁਰੂ ਦੇ ਕੋਲ ਨਾਮ ਦਾ ਧਨ ਹੈ, ਉਹ ਸ਼ਾਹ ਅਸਲ ਵਿੱਚ ਉਹੀ ਹੈ। ਪਰ ਜਿਹਦੇ ਪੂਰੇ ਗੁਰ ਤੇ ਜਿਹਨੇ ਪੂਰਾ ਭਰੋਸਾ ਬਣ ਗਿਆ, ਉਹਦੇ ਕੋਲ ਨਾਮ ਦਾ ਧਨ ਆਉਂਦਾ ਹੈ। ਉਹ ਸ਼ਾਹ ਉਹੀ ਹੁੰਦਾ ਜਿਹਨੇ ਪ੍ਰਤੀਤ ਤੇ ਵਿਸ਼ਵਾਸ ਕਰ ਲਿਆ। ਇਹਦਾ ਸੰਬੰਧ ਕਰਨੀ ਦੇ ਨਾਲ ਹੈ। ਜਿਹੜਾ ਕਰਨੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਅਸਲ ਵਿੱਚ ਉਹੀ ਮਾਲਕ ਨਾਲ ਮਿਲਦਾ ਹੈ। ਤੇ ਜਿਹਨੂੰ ਵਿਸਾਹਦਾਨ ਮਿਲ ਜਾਏ, ਜਿਸ ਨੂੰ ਵਿਸਾਹ ਤੇ ਭਰੋਸਾ ਮਿਲ ਜਾਏ, ਉਹ ਫਿਰ ਦੁਨੀਆ ਦੇ ਕਿਸੇ ਕੋਨੇ ਤੇ ਚਲਾ ਜਾਏ, ਈਤ ਉਤ ਨੇ ਡੋਲੇ ਦੀ ਗੱਲ ਉਹਦੇ ਜੀਵਨ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਹੈ। ਉਹ ਫਿਰ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ ਦੇ ਅਮਲੀ ਤੌਰ ਦੇ ਉੱਤੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਵਿਸਾਹ ਨੂੰ ਸੂਫੀ ਇਸਤਲਾਹ ਵਿੱਚ ਈਮਾਨ ਕਹਿੰਦੇ ਨੇ। ਇੱਕ ਅਕਾਲ ਪੁਰਖ ਦੀ ਕਰਤਾਰਤਾ, ਪ੍ਰਤਪਾਲਕਤਾ, ਸਦਾ ਕਿਰਪਾਲਤਾ ਜਦੋਂ ਦਿਲੋਂ ਕਰਕੇ ਮੰਨ ਲਵੇ, ਇਹ ਗੁਣ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕੀਤੇ ਹਨ। ਅਕਾਲ ਪੁਰਖ ਦੀ ਕਰਤਾਰਤਾ, ਉਹਦਾ ਬਿਰਧ ਭਾਵ ਸੰਸਾਰ ਨੂੰ ਬਣਾਉਣ ਵਾਲਾ, ਪ੍ਰਤਪਾਲਕਤਾ ਪਾਲਣਾ ਕਰਨ ਵਾਲਾ, ਤੇ ਸਦਾ ਕਿਰਪਾਲੂ, ਜਦੋਂ ਇਹ ਅੰਦਰੋਂ ਮੰਨ ਲਵੇ, ਇਹ ਸ਼ੱਕ ਦੀ ਨਜ਼ਰ ਨਾਲ ਨਾ ਦੇਖੇ ਕਿ ਰੱਬ ਨੂੰ, ਇਸ ਕਾਇਨਾਤ ਨੂੰ ਬਣਾਉਣ ਵਾਲੀ ਕੋਈ ਹੋਰ ਸ਼ਕਤੀ ਹੈ, ਇਸ ਨੂੰ ਰਿਜ਼ਕ ਦੇਣ ਵਾਲੀ ਕੋਈ ਹੋਰ ਸ਼ਕਤੀ ਹੈ, ਇਸ ਨੂੰ ਸੰਘਾਰ ਕਰਨ ਵਾਲੀ ਕੋਈ ਹੋਰ ਸ਼ਕਤੀ ਹੈ। ਜਿੰਨਾ ਦੇਰ ਤੱਕ ਸਾਡੇ ਅੰਦਰ ਇਹ ਦੁਬਦਾ ਹੈ, ਉਨੀ ਦੇਰ ਤੱਕ ਸਾਡਾ ਉਹਦੇ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਸੱਚੇ ਦਿਲੋਂ ਮਾਲਕ ਦੇ ਪਿਆਰ ਵਿੱਚ ਭਿੱਜਣਾ ਇਹਦੀ ਸ਼ਰਤ ਹੈ ਵਿਸਾਹ ਦੀ।
सच्चे दिलों मालिक के प्यार च भिजना। सचमुच कह रहा हाँ, प्यार में भिजन वाला आशिक ही अपनी महबूब का दर्शन कर सकता है। जिहदे अंदर प्यार नहीं, उपरलियां गल्लां नाल महबूब नाल सांझ नहीं बनती। अपने साहिब नाल सांझ बनाउण लई भी एक सच्चा आशिक बनना पैंदा है। इहनूं सिमरन कहंदे हन, इहनूं याद कहंदे हन। ते जिहदा विसाह बन जाए वो जिउंदा ही फिर सिमरन विच है, उहदी याद विच है, अखरां दी रैपीटेशन च नहीं जांदा। जिउंदा उहदी जिंदगी दा हर पल उहदी याद विच जिउंदा है। कोई परख दा समा आ जाए तो फिर डोलदा नहीं। मालिक दी मेहर समझ के उहनूं खिड़े मत्थे कबूलदा है। आही औकड़ दे वेले कदी डोलदा नहीं। अपनी जान तो दे दिंदा है, गल करना, पर ईमान नहीं दिंदा। वो सिख गुरु का अपनी जान दे दिंदा है, पर ईमान नहीं दिंदा। शहीदी राही विसाह की शहादत जिहड़ी है वो पूरी कर दिंदा है। विसाह एक शहादत है। विसाह एक उसकी शहादत की गवाही है, वो तो कुर्बान होने की एक निशानी है जो विसाह है। विसाह एक ऐसी चीज सानू गुरु पातशाह ने दी है। दूजे लफ्जां विच गल करां, अध्यात्मक जीवन का आधार सोमा विसाह है। अध्यात्मक जीवन का आधार सोमा विसाह है, क्योंकि मनुख के मन विच रब्बी रब की अंश होने का एक एहसास जगाउंदा है। ये विसाह, ये भरोसा कि मैं उस वाहिगुरू की एक अंश हाँ। वो वाहिगुरू मेरा बहुत बड़ा है। वो सागर है, मैं सागर च एक छोटी जी बूंद हाँ। विसाह असल विच दूजे लफ्जां च गल करां कि वाहिगुरू वालों आई हुई एक आवाज है, एक रहमत का प्रतख नजारा है कि रब का मारिया होया कि प्यार का एक तुनका है। विसाह जिहड़ा विसाह विचला यकीन है, भरोसा है, ये फिर साइंस विज्ञान या दर्शन दीयां गल्लां नहीं करदा। ना ही उन्हें हुंदा साइंस की कहती है, साइंस की कसौटी ते उतरदा है, नहीं उतरदा। हर चीज की साइंस की कसौटी नाल ही तोलदा। धर्म की अपनी एक अहमियत है, सिद्धांत की अपनी अहमियत है। हर चीज को गुरबाणी साइंस की कसवट्टी ते परख वेखी जाना, ये विसाह की कमी नजर आती है। जिहदा विसाह बन जाए उन्हें कभी टपला ही नहीं लगता, क्योंकि भुल करतार उहदी जिंदगी का एक हिस्सा बन जाता है। भुलन अंदर सबको भुल गुरु करतार है, ये गल समझ लेंदा है। ये वाहिगुरू दे अंदर खड़ाओ दी मनुखी आत्मा की पहली एक शर्त है। वाहिगुरू का अंदर खड़ाओ आने की एक शर्त है। यह कह लवां कि उसकी परमात्मा वाल की यात्रा का मनुख का एक कदम है। विसाह पहला कदम है कि विसाह, जब तक विसाह नहीं बनता उदों तक गड्डी अगे चलती नहीं। विसाह कोई अद्धा विश्वास या अधूरा विश्वास नहीं जे हुंदा, कच्चा बिल्ला यकीन नहीं है। विश्वास भी करी चले तो यह भी करी चलो, यह भी करी चलो तो यह भी करी चलो। ये मुकम्मल, ये अपने आप विच पूरी तरह कंप्लीट सरेंडर है। इहदा संबंध संसार नाल नहीं हुंदा, इहदा संबंध निरंकार नाल हुंदा है। ते जिहड़ी दा संबंध निरंकार नाल बनदा होवे, मैं ये तां ही बनेगा जे यकीन होवे। यकीन बजे तो विसाह हुंदा है, जे यकीन ना बजे तो विसाह नहीं हुंदा। तो सिख विचारधारा विच अरदास का जो शब्द है, सब तो वड्डा विसाह अपने अकाल पुरख दा है। या दूजे लफ्जां च असीं कह लईए, जिहड़ी लफ्ज़ हुणे वरतिया सी, वाहिगुरू दी होंद दा है
केवल इक्को एक ये विसाह है जो सबना दा विसाह है, जो सबना दा विसाह है। ਜਦੋਂ ਅਸੀਂ ਗੱਲ ਕਰਦੇ ਆ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹ। ਕਿਉਂ ਵਿਸਾਹ ਹੈ? ਉਸ ਵਿਸਾਹ ਦੀ ਗੱਲ ਕੀਤੀ ਗਈ ਹੈ ਜਿਹੜੀ ਅਰਦਾਸ ਦੇ ਵਿੱਚ। ਇਹ ਸਾਡੀ ਆਸਤਿਕਤਾ ਦੀ ਇੱਕ ਹਾਮੀ ਭਰਦਾ ਹੈ, ਆਸਤਿਕ ਹੋਣ ਦੀ, ਪ੍ਰਭੂ ਦੇ ਭਗਤ ਹੋਣ ਦੀ ਇੱਕ ਨਿਸ਼ਾਨੀ ਹੈ। ਤੇ ਦੂਜੇ ਪਾਸੇ ਵਾਹਿਗੁਰੂ ਦੀ ਹਾਜ਼ਰ ਨਾਜ਼ਰਤਾ ਦਾ ਇੱਕ ਅੰਗ ਸੰਗ ਵੀ ਹੈ, ਵੀ ਉਹ ਹਾਜ਼ਰ ਨਾਜ਼ਰ ਹੈ, ਉਹ ਸਾਨੂੰ ਦੇਖਦਾ ਹੈ। ਵਾਹਿਗੁਰੂ ਹਾਜ਼ਰ ਹੈ, ਜ਼ਾਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਇਹ ਭਰੋਸਾ ਹੈ, ਇਹ ਅਸੀਂ ਹਾਮੀ ਭਰਦਾ ਹੈ। ਜਿਹਦੇ ਅੰਦਰ ਵਾਹਿਗੁਰੂ ਦੀ ਵਿਸਾਹ ਜਾਗ ਪੈਂਦਾ ਹੈ, ਉਹਦੀ ਆਤਮਿਕ ਅਵਸਥਾ ਸਹਿਜੇ ਸਹਿਜੇ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਉੱਚੀ ਹੋ ਜਾਂਦੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਭਾਰਤ ਗਿਆਨ ਦਾ ਜਿਹੜਾ ਸਵਈਆ ਸੀ, ਪ੍ਰਤੀਤ ਇਹ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ, ਇਹ ਉਹ ਅਵਸਥਾ ਦੀ ਗੱਲ ਕੀਤੀ ਗਈ ਹੈ। ਇਹ ਉਹ ਅਵਸਥਾ ਹੈ ਜਿੱਥੇ ਹਉਮੈ ਦੀ ਕੋਈ ਚੀਜ਼ ਨਹੀਂ ਹੁੰਦੀ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਸ ਗਈ ਹਉਮੈ ਮਤ ਮੇਰੀ। ਇਹ ਹੋਇਆ ਮਾਰੂ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਪ੍ਰਤੀਤ ਦੀ ਗੱਲ ਕਰਦੇ ਹਨ, ਜਦੋਂ ਵਿਸਾਹ ਦੀ ਗੱਲ ਕਰਦੇ ਹਨ, ਤੇ ਕਹਿੰਦੇ ਨੇ ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਸ ਗਈ ਹਉਮੈ ਮਤ ਮੇਰੀ। ਇਹ ਚੀਜ਼ ਹੈ ਆਪਣੇ ਮਾਲਕ ਦੀ ਸੋਭਾ ਵੇਖ ਕੇ ਖਿੜ ਜਾਣਾ, ਇਹ ਵਿਸਾਹ ਹੈ। ਜਦੋਂ ਸੱਚਾ ਵਿਸ਼ਵਾਸ ਬਣਦਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਦੋਂ ਉਸ ਮਾਲਕ ਦੀ ਵਡਿਆਈ ਨੂੰ ਜਦੋਂ ਦੇਖਦਾ ਹੈ, ਇਹਦੇ ਅੰਦਰ ਇੱਕ ਚਾਉ ਪੈਦਾ ਹੋ ਜਾਂਦਾ, ਅੰਦਰੋਂ ਖੜਾਓ ਪੈਦਾ ਹੋ ਜਾਂਦਾ। जिनके मन साचा विश्वास, पेख पेख स्वामी का शोभा आनंद सदा उल्लास। ਉਹਦੀ स्वामी ਦੀ शोभा ਇਹ ਆਨੰਦ ਉਲਾਸ ਉਸ ਤੱਕ ਪਹੁੰਚ ਜਾਂਦਾ ਹੈ, ਉੱਥੇ ਜਾ ਪਹੁੰਚਦਾ ਹੈ। ਇੱਕ ਐਸੀ ਚੀਜ਼ ਗੁਰੂ ਨੇ ਸਾਨੂੰ ਦੇ ਦਿੱਤੀ, ਮਾਲਕ ਦੀ ਸ਼ੋਭਾ ਵਡਿਆਈ ਕਰਕੇ ਅੰਦਰੋਂ ਖਿੜ ਜਾਣਾ, ਬਿਨਾਂ ਵਿਸ਼ਵਾਸ ਤੋਂ ਨਹੀਂ ਹੁੰਦੀ, ਬਿਨਾਂ ਵਿਸਾਹ ਤੋਂ ਨਹੀਂ ਹੁੰਦੀ। ਪਰ ਇਹ ਜੇ ਅੰਦਰ ਵਿਸਾਹ ਜਾਗਦਾ ਹੀ ਨਹੀਂ, ਪ੍ਰਤੀਤ ਆਉਂਦੀ ਨਹੀਂ, ਤੇ ਗੁਰੂ ਪਾਤਸ਼ਾਹ ਫਿਰ ਇਹਦੇ ਲਈ ਵੀ ਕਹਿੰਦੇ ਨੇ ਕਿ ਜਿਹਦੇ ਅੰਦਰ ਇਹ ਵਿਸਾਹ ਨਹੀਂ ਬਣਿਆ, ਜਿਹਦੇ ਅੰਦਰ ਇਹ ਪ੍ਰਤੀਤ ਨਹੀਂ ਬਣੀ, ਜਿਸ ਪ੍ਰਤੀਤ ਨਾ ਆਵੇ ਸੋ ਜੀੜਾ ਜਲ ਜਾਓ। ਉਹਦੇ ਬਾਰੇ ਗੁਰੂ ਜੀ ਨੇ ਬਾਣੀ ਚ ਗੱਲ ਕਰ ਦਿੱਤੀ। ਤਾਂ ਵਾਹਿਗੁਰੂ ਦੇ ਵਿਸਾਹ ਵਾਲੇ ਨੂੰ ਸਿੱਖ ਪਰਿਭਾਸ਼ਾ ਵਿੱਚ ਅਸੀਂ ਗੁਰਮੁਖ ਵੀ ਕਹਿੰਦੇ ਹਾਂ, ਤੇ ਵਿਸਾਹ ਨੂੰ ਅਸੀਂ ਮਨਮੁਖ ਕਹਿੰਦੇ ਹਾਂ। ਬਸ ਗੁਰਮੁਖ ਤੇ ਮਨਮੁਖ ਦਾ ਇਹੋ ਹੀ ਫਰਕ ਹੈ। ਜਿਹਦੇ ਅੰਦਰ ਵਿਸਾਹ ਹੈ ਉਹ ਗੁਰਮੁਖ ਹੈ, ਜਿਹਦਾ ਵਿਸਾਹ ਤੋਂ ਟੁੱਟਿਆ ਹੋਇਆ ਹੈ, ਜਿਹੜਾ ਵਿਸਾਹ ਤੋਂ ਦੂਰ ਹੈ, ਉਹ ਮਨਮੁਖ ਹੈ। ਤੇ ਮਨਮੁਖ ਦੇ ਅੰਦਰ ਲੋਭ ਤੇ ਸਵਾਰਥ ਹੁੰਦਾ ਹੈ, ਤੇ ਗੁਰਮੁਖ ਦੇ ਅੰਦਰ ਪਿਆਰ ਤੇ ਹਮਦਰਦੀ ਹੁੰਦੀ ਹੈ। ਤੇ ਵਾਹਿਗੁਰੂ ਦਾ ਇਹ ਵਿਸਾਹ ਮਿਲਦਾ ਕਿੱਥੋਂ ਹੈ? ਗੁਰੂ ਦੇ ਕੋਲੋਂ, ਗੁਰੂ ਪਾਸੋਂ ਮਿਲਦਾ ਹੈ। ਜਿਹੜਾ ਅਸੀਂ ਸੁਖਮਣੀ ਦੀ ਬਾਣੀ ਚ ਪੜ੍ਹਦੇ ਹਾਂ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਕਿੱਥੋਂ ਮਿਲਿਆ? ਗੁਰੂ ਕੋਲੋਂ ਮਿਲਦਾ, ਗੁਰੂ ਦੇ ਦਸਤੇ ਚੱਲਦਾ ਹੈ। ਗੁਰੂ ਦੀ ਸਿੱਖਿਆ ਨਾਲ ਹੀ ਸਾਨੂੰ ਅਹਿਸਾਸ ਹੁੰਦਾ ਹੈ, ਅੰਦਰ ਜੋਤ ਪ੍ਰਗਟ ਹੁੰਦੀ ਹੈ ਵੀ ਅਸੀਂ ਵਾਹਿਗੁਰੂ ਦੇ ਹਿੱਸਾ ਹਾਂ, ਅੰਦਰ ਅਹਿਸਾਸ ਪੈਦਾ ਹੁੰਦਾ। ਸਤਿਗੁਰੂ ਦੀ ਸਮਰੱਥਾ ਦਾ ਵਿਸ਼ਵਾਸ ਇਸ ਵਿਸਾਹ ਦੀ ਇੱਕ ਨੀਂਹ ਹੈ, ਬੁਨਿਆਦ ਹੈ।
सतगुर की समर्था का विश्वास वो बेपरवाह है। जिहदे उत्ते जिहदा विश्वास बन गया वो भी बेपरवाह हो गया। जाको हर रंग लागो इस युग में, सो कहियत है सूरा पूर्वा बन गया। आत्म जिने सगल वस्ता के जाका सतगुर पूरा। फिर संतन अवर न काहू जानी, बेपरवाह सदा हर रंग के, सदा रंग हर के जाको पाक सुना। ये उस अवस्था की गल है कि विश्वास उत्थे की गल है। वाहिगुरु तो सिੱਖੀ ਦੇ ਵਿੱਚ ਜੇ ਮਿਲਾਪ ਦੀ ਗੱਲ ਕੀਤੀ ਗਈ ਹੈ ਉਸ ਅਕਾਲ ਪੁਰਖ ਵਾਹਿਗੁਰੂ ਨਾਲ, ਤਾਂ ਉਹ ਆਪਣੇ ਗੁਰੂ ਦੇ ਭਰੋਸਾ ਤੇ ਗੁਰੂ ਦੇ ਮਾਰਗ ਤੇ ਚੱਲਣ ਦਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਗੁਰੂ ਦੇ ਆਸਰੇ ਦੇ ਨਾਲ ਹੀ ਸਾਡਾ ਵਿਸਾਹ ਜਿਹੜਾ ਹੈ ਉਹ ਵੱਜਦਾ ਹੈ। ਜਿਹੜਾ ਗੁਰੂ ਦੇ ਆਸਰੇ ਦੇ ਨਾਲ, ਗੁਰੂ ਦੇ ਆਸਰੇ ਨਾਲ ਹੀ ਅਸੀਂ ਵਿਸਾਹ ਦੇ ਪਾਤਰ ਬਣਦੇ ਹਾਂ। सिख नूं यह विश्वास होना चाहिए है कि केवल सतगुरु ही सच्चा पातशाह है। दुनिया के बादशाह झूठे अनकड़ावे हैं। केवल सतगुरु सच्चा पातशाह एक विसाह का पात्र है। वो सब शाह बेत मारे हैं, उन्होंने कोई भरोसा नहीं है। जिन्ने शाह पातशाह असीं देखते सिख का विश्वास बनता है। भाई गुरदास जी एक वार दे आप जिक्र करते हैं, सतगुरु सच्चा शाह है, होर शाह विसाह उचावे। बाकी शाह इहो जे हैं, एक सतगुरु ही है जो सच्चा शाह है। जे मन चित आस रखे हर ऊपर, ता मन चिंदे अनेक अनेक फल पाए। भरोसा तो विश्वास की गल, प्रतीत की गल जो होती है किस तरह का होवे, एक इतिहास में एक जिक्र होता है। गुरु हरगोबिंद महाराज सच्चे ਦੇ ਸਮੇਂ ਦਾ ਇੱਕ ਜ਼ਿਕਰ ਆਉਂਦਾ ਹੈ ਕਿ ਇੱਕ ਪੰਡਤ ਸਤਿਗੁਰ ਦੇ ਦਰਬਾਰ ਵਿੱਚ ਆਇਆ। ਸਤਿਗੁਰ ਦੇ ਦਰਬਾਰ ਵਿੱਚ ਕਥਾ ਕੀਰਤਨ ਹੁੰਦਾ ਦੇਖ ਕੇ ਕਹਿਣ ਲੱਗਾ, ਜੀ ਮੈਂ ਵੀ ਭਗਵਤ ਦੀ ਕਥਾ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ। ਗੁਰੂ ਸਾਹਿਬ ਕਹਿੰਦੇ ਸੁਣਾਓ। ਕਹਿਣ ਲੱਗਾ, ਜਮਾਂ ਦਾ ਰਾਹ ਲੱਖਾਂ ਜੋ ਲੰਮਾ ਦੱਸਿਆ ਜਾਂਦਾ ਹੈ। ਮਰਨ ਪਿੱਛੋਂ ਜੀਵ ਨੂੰ ਇਹ ਪੇਡਾ ਤੈਅ ਕਰਨ ਲਈ एक वरा लग जाता है, एक साल में पूरा होता है। उन्होंने कुछ करना पैंदा है, कुछ दान देना पैंदा है, दक्षिणा देनी पैंदी है। उन्हें अपनी सारी साखी सुनाई। तो गुरु का एक सिख भाई सुंदर जी उठ के कह लगा भी जे गुरु कृपा करे पंडित जी ये पेंडा तो मैं 4 दिनों च मुका सकता। एक होर सिख सी जिहदा नाम भाई लाला करके लिखा है, कह लगा और नहीं भाई 4 दिन की करने, 4 पहरा च मुक जाएगा। भाई मैया जी को बैठे हस पे कह लगे भलियो भी 4 पैर भी क्यों, ये तो एक पैर उहदी मार भी नहीं है। तो भाई निहाला जिहड़ा सी उहने सारियां नूं टकोर मारी, वो कह लगे भलियो जे गुरु कृपा करे तो पेंडा तो एक निमुख विच ही मुक जाता है। अगों एक सिख होर बोलिया, कह लगा पंडित जी जेड़ा राह ही साडा नहीं, असीं उहदे बारे सोचीए क्यों। यह है प्रतीत की गल, ये राह ही साडा नहीं है। इस साल दे पेंडे करने जां नहीं कराउणे। जदों असीं घरां दे विच ये चीज़ां करते हैं, इसका मतलब साडा गुरु ते विसाह नहीं बनया। असीं साल बाद बरीने बरसियां ये बनाउणे, इसदा मतलब साडा जे विसाह नहीं बनया। सानू उस गल ते यकीन ही नहीं भी साडा ये मार्ग ही नहीं, साडा रस्ता ही नहीं है। पंडित बड़ा गुस्से होया, उन्हें जाके गुरु अगे शिकायत कर दी। उन्हें कहा अच्छा चलो कोई नहीं, असीं ये ठीक ही तां कहंदा है, पर जे नहीं भी इतबार तो गुरु दियां रचना नूं असीं पढ़ लैंदे हां। भाई गुरदास जी वर्गे विद्वान है, उन्हां कोलों निर्णय करा लैंदे हां।
ਭਾਈ ਗੁਰਦਾਸ ਜੀ ਨੇ ਜਦੋਂ ਅੱਗੋਂ ਕਹਿ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਸੱਚੀ ਗੱਲ ਤੇ ਇਹ ਹੈ, ਜੇ ਸਤਿਗੁਰ ਕਿਰਪਾ ਕਰਨ ਤਾਂ ਨਿਖ ਵੀ ਨਹੀਂ ਲੱਗਦਾ, ਇਹ ਤਾਂ ਜਮਾਂ ਦੇ ਰਾਹ ਜਾਣਾ ਹੀ ਨਹੀਂ ਪੈਂਦਾ। ਇਹ ਮਿਸਾਲ ਹੈ ਉਸ ਵਿਸਾਹ ਦੀ ਜੋ ਸਿੱਖ ਨੂੰ ਆਪਣੇ ਗੁਰੂ ਦੇ ਉੱਤੇ ਹੋਣਾ ਚਾਹੀਦਾ ਹੈ। ਜੇ ਸਤਿਗੁਰ ਕਿਰਪਾ ਕਰੇ ਨਿਮਖ ਨਾ ਲਾਗੇ ਜਾਤ, ਪ੍ਰਭ ਕਿਰਪਾ ਜਮ ਤੇ ਛੁਟੇ ਐਸੇ ਬਚਨ ਵਿਖਿਆਤ। ਇਹ ਗੁਰੂ ਰਵਿਦਾਸ ਪਾਤਸ਼ਾਹ ਛੇਵੀਂ ਦੇ ਬੋਲ ਹਨ ਜਿਹੜੇ ਕਵੀ ਸੋਹਣ ਨੇ ਲਿਖੇ ਹੋਏ ਨੇ। ਵੀ ਅਸੀਂ ਕੀ ਲੈਣਾ ਦੇਣਾ ਇਹਨਾਂ ਗੱਲਾਂ ਤੋਂ। ਗੁਰੂ ਦਾ ਵਿਸਾਹ ਦਰਅਸਲ ਗੁਰੂ ਤੇ ਭਰੋਸਾ ਹੀ ਵਾਹਿਗੁਰੂ ਤੇ ਭਰੋਸਾ ਹੈ, ਕਿਉਂਕਿ ਵਾਹਿਗੁਰੂ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾਇਆ ਹੋਇਆ ਹੈ। ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਗੁਰ ਮੈਂ ਆਪ ਰੱਖਿਆ ਕਰਤਾਰੇ, ਉਸਨੇ ਆਪ ਟਿਕਾਇਆ ਹੋਇਆ। ਇਹੋ ਹੀ ਗੱਲ ਹੈ ਕਿ ਗੁਰੂ ਸ਼ਬਦ ਦਾ ਵਿਸਾਹ ਜਿਹੜਾ ਹੈ, ਅੱਜ ਸ਼ਬਦ ਦਾ ਵਿਸਾਹ ਹੀ ਅਸਲ ਵਿੱਚ ਗੁਰੂ ਦਾ ਵਿਸਾਹ ਹੈ। ਪੱਕਾ ਵਿਸ਼ਵਾਸ ਹੈ ਕਿ ਜੇਕਰ ਪੂਰੇ ਸਿਦਕ ਨਾਲ ਸ਼ਬਦ ਗੁਰੂ ਦਾ ਆਦੇਸ਼ ਮੰਨ ਲਈਏ ਤਾਂ ਅਵਸ਼ ਹੀ ਸਾਨੂੰ ਜਨਮ ਮਰਨ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਏਗੀ। ਪਰ ਉਨੀ ਦੇਰ ਨਹੀਂ। ਜਿਹੜਾ ਬੋਲ ਗੁਰੂ ਰਾਮਦਾਸ ਮਹਾਰਾਜ ਦਾ ਵਡਹੰਸ ਦੀ ਵਾਰ ਦੇ ਵਿੱਚ ਗੁਰੂ ਅਮਰਦਾਸ ਦਾ ਬਚਨ ਆਉਂਦਾ ਹੈ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਗੱਲ ਵੀ ਸਮਝਣ ਦੀ ਲੋੜ ਹੈ। ਫਿਰ ਗੁਰੂ ਤੋਂ ਅੱਗੇ ਸਿੱਖ ਨੂੰ ਆਪਣੇ ਆਤਮ ਵਿਸ਼ਵਾਸ ਵੀ ਹੋਣਾ ਚਾਹੀਦਾ ਹੈ। ਇਹ ਵੀ ਵਿਸਾਹ ਹੈ। ਫਿਰ ਇੱਕ ਦੂਜੇ ਉੱਤੇ ਪਰਸਪਰ ਵਿਸ਼ਵਾਸ ਦਾ ਵੀ ਆਦੇਸ਼ ਹੈ ਗੁਰੂ ਦਾ। ਸਿੱਖ ਦਾ ਸਿੱਖ ਉੱਤੇ ਵਿਸਾਹ ਹੋਵੇ। ਆਤਮ ਵਿਸ਼ਵਾਸ ਦਾ ਆਧਾਰ ਜਿਹੜਾ ਹੈ ਇਹ ਨਿਰਭਉ ਵਿੱਚੋਂ ਜਨਮ ਲੈਂਦਾ ਹੈ, ਤੇ ਆਪਸੀ ਵਿਸ਼ਵਾਸ ਦਾ ਆਧਾਰ ਜਿਹੜਾ ਹੈ ਇਹ ਨਿਸ਼ਕਪਟਤਾ ਵਿੱਚੋਂ ਜਨਮ ਲੈਂਦਾ ਹੈ। ਕਪਟਹੀਨ ਜਿਹੜਾ ਹੋਵੇ ਵਿੱਚੋਂ ਜਨਮ ਲੈਂਦਾ ਹੈ, ਉਹ ਸੋਚ ਵਿੱਚੋਂ ਪੈਦਾ ਹੁੰਦਾ ਹੈ। ਜਿਸ ਦੇ ਮਨ ਤੇ ਬਚਨਾਂ ਵਿੱਚ ਇੱਕੋ ਗੱਲ ਹੋਵੇਗੀ ਉਹੀ ਅਸਲ ਵਿੱਚ ਵਿਸਾਹ ਦੇ ਕਾਬਿਲ ਹੁੰਦਾ ਹੈ। ਜਿਹਦਾ ਮਨ ਕਰਕੇ ਬਚਨਾ ਕਰਕੇ ਇੱਕ ਹੋਵੇਗਾ ਉਹੀ ਗੁਰੂ ਦੇ ਉੱਤੇ ਭਰੋਸਾ ਜਮਾ ਸਕੇਗਾ, ਉਹਦਾ ਵਿਸਾਹ ਬਣੇਗਾ। ਇਹ ਵਿਸਾਹ ਦਾ ਜਿਹੜਾ ਅਸੀਂ ਮੰਗਿਆ ਇੱਕ ਜੋਦੜੀ ਦਾ ਲਿਖਾਏਗਾ ਕਿ ਸੱਚੇ ਪਾਤਸ਼ਾਹ ਆਪਣੇ ਉੱਪਰ ਮੇਰਾ ਇਹ ਵਿਸਾਹ ਬਣਾਈ ਰੱਖੀ। ਮੈਂ ਦੂਜੇ ਪਾਸੇ ਇਸ ਬੇਨਤੀ ਦਾ ਤੇ ਇਹ ਸੂਚਕ ਵੀ ਹੈ ਸਾਡੇ ਲਈ, हे ਦਾਤਾਰ ਸਾਨੂੰ ਵਿਸ਼ਵਾਸਯੋਗਾ ਕਰ ਕਿ ਸਾਡੀ ਪ੍ਰਤੀਤ ਬਣਾਈ ਰੱਖੀ। ਦੋ ਗੱਲਾਂ, ਇੰਨੀ ਗੱਲ ਸਾਡੇ ਜੋਗਾ ਇੰਨਾ ਕਰ ਦੇ, ਸਾਨੂੰ ਇੰਨਾ ਬਣਾ ਦੇ। ਤਾਂ ਵਿਸਾਹ ਨੂੰ ਅਸੀਂ ਲਗਭਗ 3 ਹਿੱਸੇ ਦੇ ਵਿੱਚ ਵੰਡਦੇ ਹਾਂ। ਤਾਂ ਵਿਸਾਹ ਦਾਨ ਲਈ ਗੁਰੂ ਦੇ ਝੋਲੀ ਅੜਦੇ ਹਾਂ, ਜਿਹੜੀ ਅਰਦਾਸ ਅਸੀਂ ਕਰਦੇ ਹਾਂ। ਵਿਸਾਹ ਦਾਨ ਮੰਗਦਾ ਕਿ ਪ੍ਰਮਾਤਮਾ ਮੈਨੂੰ ਤੇਰੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਆ ਜਾਏ ਤੇ ਮੈਂ ਤੇਰੇ ਉੱਤੇ ਪੂਰਨ ਤੌਰ ਤੇ ਯਕੀਨ ਕਰ ਲਵਾਂ ਕਿ ਤੂੰ ਮੇਰੇ ਨਾਲ ਹੈ। ਦੂਜੀ ਗੱਲ, ਮੈਨੂੰ ਪੂਰਨ ਤੌਰ ਤੇ ਇਹ ਵਿਸਾਹ ਆ ਜਾਏ ਕਿ ਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦੇ। ਇਸ ਬਚਨਾਂ ਦੇ ਉੱਤੇ ਪੂਰੀ ਤਰ੍ਹਾਂ ਭਰੋਸਾ ਬਣ ਜਾਏ। ਤੀਜੀ ਗੱਲ ਇਹ ਕਿ ਸਿੱਖ ਹੋਣ ਦੇ ਨਾਤੇ ਮੇਰੇ ਤੋਂ ਜੋ ਆਸ ਕਰਦੇ ਹਨ ਲੋਕ, ਮਿਹਰ ਕਰੀ, ਮਿਹਰ ਬਣਾਈ ਰੱਖੀ ਕਿ ਲੋਕਾਂ ਦਾ ਵਿਸ਼ਵਾਸ ਮੇਰੀ ਸਿੱਖੀ ਤੋਂ ਨਾ ਉੱਠ ਜਾਏ। ਮੈਨੂੰ ਇਹੋ ਜਿਹੇ ਗੁਣ ਬਖਸ਼ ਦੇਈ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇਹੋ ਜਿਹੇ ਗੁਣ ਮੇਰੇ ਅੰਦਰ ਪੈਦਾ ਕਰ ਕਿ ਪੰਜੇ ਰੋਗ ਜਿਹੜੇ ਹਨ ਉਹਨਾਂ ਤੋਂ ਮੇਰਾ ਛੁਟਕਾਰਾ ਹੋ ਜਾਏ, ਔਰ ਮੇਰਾ ਸਰੂਪ ਦਾ ਵਿਸ਼ਵਾਸ ਜਿਹੜਾ ਹੈ, ਜੋ ਮੈਂ ਸਰੂਪ ਹੈ, ਇਹ ਲੋਕਾਂ ਤੋਂ ਇਹ ਵਿਸ਼ਵਾਸ ਨਾ ਉੱਠ ਜਾਏ। ਸਿੱਖ ਹੋਣ ਦੇ ਨਾਤੇ ਜਿਹੜੀ ਮੇਰੇ ਤੋਂ ਲੋਕ ਆਸ ਕਰਦੇ ਕਿ ਸਿੱਖ ਦਾ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ ਹੈ, ਲੋਕਾਂ ਦਾ ਵਿਸ਼ਵਾਸ ਮੇਰੀ ਸਿੱਖੀ ਤੋਂ ਨਾ ਉੱਠੇ। ਇਹ ਗੁਰੂ ਅੱਗੇ ਤੀਜੀ ਮੰਗ ਹੈ ਇਸ ਵਿਸਾਹ ਦੇ ਵਿੱਚ। ਇਸੇ ਵਾਸਤੇ ਇਹਦੀ ਪ੍ਰਤੀਤ ਸ਼ਬਦ ਵਰਤੇ ਜਾਂਦੇ ਹਨ। ਯਕੀਨ ਪੈਦਾ ਹੋ ਜਾਏ, ਜੇ ਇਹ ਪ੍ਰਤੀਤ ਬਣ ਜਾਏ, ਯਕੀਨ ਪੈਦਾ ਹੋ ਜਾਏ, ਤਾਂ ਫਿਰ ਵਿਸ਼ਵਾਸ ਸਾਡੀ ਜ਼ਿੰਦਗੀ ਦੀ ਬੇੜੀ ਨੂੰ ਪਾਰ ਕਰ ਦਿੰਦਾ। ਯਕੀਨ ਤੋਂ ਬਿਨਾਂ ਪਰਮਾਰਥ ਦੇ ਰਸਤੇ ਤੇ ਚੱਲਿਆ ਹੀ ਨਹੀਂ ਜਾ ਸਕਦਾ। ਧਰਮ ਕਦੀ ਵਿਸ਼ਵਾਸ ਤੋਂ ਬਿਨਾਂ ਕਮਾਇਆ ਹੀ ਨਹੀਂ ਜਾਂਦਾ।
ਇਹ ਗੱਲ ਖਿਆਲ ਰੱਖਣਾ। ਧਰਮ ਕਮਾਉਣ ਲਈ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ, ਤੇ ਧਰਮ ਕਮਾਇਆ ਹੀ ਨਹੀਂ ਜਾ ਸਕਦਾ। ਇੱਕ ਗੱਲ ਹੋਰ ਖਿਆਲ ਕਰਨਾ, ਕੇਵਲ ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿੱਚ ਬਹੁਤ ਵੱਡਾ ਫਰਕ ਹੈ। ਪਰਮਾਤਮਾ ਤੇ ਭਰੋਸਾ ਵਿਸ਼ਵਾਸ ਦਾ ਹੈ, ਤੇ ਦੂਜੇ ਭਰੋਸੇ ਅੰਧ ਵਿਸ਼ਵਾਸ ਦੇ ਹਨ, ਜੋ ਅਸਲ ਵਿੱਚ ਨਾ ਹੋਵੇ ਉਹ ਅੰਧ ਵਿਸ਼ਵਾਸ ਹੁੰਦਾ ਹੈ। ਚਮਕਦੀ ਰੇਤ, ਉਹਨੂੰ ਪਾਣੀ ਸਮਝ ਕੇ ਉਹਦੇ ਪਿੱਛੇ ਸ਼ੁਦਾਈ ਹੋ ਜਾਣਾ, ਅਸਲ ਵਿੱਚ ਉੱਥੇ ਪਾਣੀ ਹੈ ਹੀ ਨਹੀਂ। ਜਿਹੜਾ ਹਿਰਨ ਉਸ ਨੂੰ ਪਾਣੀ ਸਮਝ ਕੇ ਉਹਦੇ ਮਗਰ ਦੌੜਦਾ ਹੈ, ਆਪਣੀ ਜ਼ਿੰਦਗੀ ਦਾ ਅੰਤ ਕਰ ਦਿੰਦਾ ਹੈ। ਤੇ ਇਹੋ ਜਿਹਾ ਜਿਹੜਾ ਵਿਸ਼ਵਾਸ ਬੰਦੇ ਨੂੰ ਤਬਾਹ ਕਰ ਦਿੰਦਾ ਹੈ, ਜੋ ਅਸਲ ਵਿੱਚ ਨਾ ਹੋਵੇ। ਅੱਜ ਭਰੋਸਾ ਜਿਹੜਾ ਅਸੀਂ ਕਰਦੇ ਹਾਂ ਦੁਨੀਆਦਾਰਾਂ ਦੇ ਉੱਤੇ, ਅੱਜ ਦੇਹਧਾਰੀ ਪਖੰਡੀਆਂ ਦੇ ਡੰਬੀਆਂ ਦੇ ਉੱਤੇ ਸਾਡਾ ਇਹ ਵਿਸ਼ਵਾਸ ਜਿਹੜਾ ਹੈ, ਇਹ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਵੇਗਾ। ਜਿਹੜਾ ਅਸੀਂ ਵਿਸ਼ਵਾਸ ਉਧਰ ਕਰ ਲਿਆ, ਚਮਕਦੀ ਰੇਤ ਨੂੰ ਪਾਣੀ ਸਮਝੀਏ, ਰੇਤ ਦੇ ਘਰ ਨੂੰ ਖਾਲੀ ਸਮਝ ਲਈਏ, ਇਹ ਕਿਹੋ ਜਿਹੀ ਪ੍ਰਤੀਤ ਹੈ, ਕਿਹੋ ਜਿਹਾ ਵਿਸ਼ਾ ਹੈ, ਕਿਹੋ ਜਿਹਾ ਭਰੋਸਾ ਹੈ, ਜਿਹਦੇ ਪੱਲੇ ਹੀ ਕੁਛ ਨਹੀਂ। ਤੇ ਅਸੀਂ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ, ਅਸੀਂ ਉਹ ਸਮਝ ਕੇ ਬੈਠ ਗਏ। ਗੁਰੂ ਜੀ ਨੇ ਸਭ ਤੋਂ ਪਹਿਲਾਂ ਜਪ ਦੀ ਬਾਣੀ ਦੇ ਵਿੱਚ ਸ਼ਬਦ ਪ੍ਰਤੀਤ ਵਰਤਿਆ। ਜਦੋਂ ਜੋਗੀ ਨੂੰ ਉਪਦੇਸ਼ ਕੀਤਾ, ਉੱਥੇ ਉਹਨਾਂ ਨੇ ਸ਼ਬਦ ਵਿੱਚ ਕਿਹਾ ਸੀ, ਇਹ ਜੋਗੀ ਤੂੰ ਆਪਣੇ ਹੱਥ ਵੀ ਡੰਡਾ ਫੜ ਕੇ ਤੁਰਿਆ ਫਿਰਦਾ ਹੈ, ਦੇਖ ਡੰਡਾ ਤੈਨੂੰ ਰਸਤਾ ਦੱਸਦਾ ਹੈ, ਜਿਸ ਨੂੰ ਨਜ਼ਰ ਨਾ ਆਉਂਦਾ ਹੋਵੇ ਤੂੰ ਡੰਡੇ ਦਾ ਸਹਾਰਾ ਲੈਂਦਾ ਹੈ। ਉਹ ਸੱਜਣਾ ਕਹਿਣ ਲੱਗੇ ਗੁਰੂ ਪਾਤਸ਼ਾਹ, ਸੱਜਣਾ ਇਸ ਲੱਕੜ ਦੇ ਸਹਾਰੇ ਦੀ ਥਾਂ ਜੇ ਤੂੰ ਕਿਤੇ ਵਿਸਾਹ ਨੂੰ, ਸ਼ਰਧਾ ਨੂੰ, ਵਿਸ਼ਵਾਸ ਨੂੰ ਆਪਣੀ ਪ੍ਰਤੀਤ ਦਾ ਡੰਡਾ ਬਣਾ ਲਵੇਂ, ਜਿਨ੍ਹਾਂ ਨੇ ਵਿਸਾਹ ਦਾ ਡੰਡਾ, ਪ੍ਰਤੀਤ ਦਾ ਡੰਡਾ ਹੱਥ ਵਿੱਚ ਫੜ ਲਿਆ, ਉਹ ਜ਼ਿੰਦਗੀ ਦੀ ਮੰਜ਼ਿਲ ਤੇ ਜਾ ਪਹੁੰਚੇ। ਜਦੋਂ ਅਸੀਂ ਪੜ੍ਹਦੇ ਹਾਂ, ਮੁੰਡਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬਬੂਤ, ਹਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਇਹ ਹੈ ਪ੍ਰਤੀਤ ਦੀ ਗੱਲ, ਇਹ ਪ੍ਰਤੀਤ ਦੀ ਗੱਲ ਹੈ। ਜਦੋਂ ਪ੍ਰਤੀਤ ਬਣ ਗਏ, ਫਿਰ ਸ਼ਬਦ ਤੋਂ ਪੜਾਂਗੇ, ਜਦੋਂ ਫਿਰ ਬਾਣੀ ਪੜਾਂਗੇ, ਫਿਰ ਅੰਦਰ ਆਨੰਦ ਤੇ ਖੇੜਾ ਆਏਗਾ, ਅੰਦਰ ਰਸ ਪੈਦਾ ਹੋਏਗਾ। ਬਿਨਾਂ ਪ੍ਰਤੀਤ ਤੋਂ ਪੜ੍ਹੀ ਹੋਈ ਬਾਣੀ ਦਾ ਵੀ ਸਵਾਦ ਨਹੀਂ ਜੇ ਆਉਂਦਾ, ਬਿਨਾਂ ਪ੍ਰਤੀਤ ਤੋਂ ਪੜ੍ਹੇ ਹੋਏ ਸ਼ਬਦ ਦਾ ਵੀ ਰਸ ਨਹੀਂ ਮਾਣ ਸਕੀਦਾ। ਜਦੋਂ ਇਹ ਭਰੋਸਾ ਬਣ ਗਿਆ, ਵਿਸਾਹ ਦਾਨ, ਜਿਹਦਾ ਸਮਝੋ ਇਹ ਭਰੋਸਾ ਹੀ ਵਿਸਾਹ ਦਾਨ ਹੈ। ਆਪਾਂ ਸਤਿਗੁਰੂ ਦੀ ਬਾਣੀ ਪੜ੍ਹ ਲਈਏ, ਬਾਰ-ਬਾਰ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਹੈ। ਉਹਨਾਂ ਨੇ ਸ਼ਬਦ ਇੱਥੋਂ ਤੱਕ ਵੀ ਵਰਤ ਦਿੱਤੇ, ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ, ਰੰਗ ਰਤਾ ਮੇਰਾ ਸਾਹਿਬ ਰੱਬ ਰਿਹਾ ਭਰਪੂਰ। ਗੁਰੂ ਸਾਹਿਬ ਦੇ ਸ੍ਰੀ ਰਾਗ ਦੇ ਸ਼ਬਦਾਂ, ਇਹ ਸ਼ਬਦ ਇੱਥੋਂ ਤੱਕ ਵਰਤ ਦਿੱਤੇ। ਸਿੱਖ ਅਰਦਾਸ ਕਰਦਾ ਹੈ, ਮੇਰੇ ਮਾਲਕ ਜੀ ਵੇਖਿਓ ਮੇਰੇ ਅੰਦਰ ਕਿਤੇ ਦੁਚਿੱਤੀ ਪੈਦਾ ਨਾ ਹੋ ਜਾਏ, ਦੁਬਦਾ ਖੜੀ ਨਾ ਹੋ ਜਾਏ, ਤੇ ਇਸ ਨੂੰ ਇੰਨਾ ਵਿਸ਼ਵਾਸ ਹੋ ਜਾਏ ਸਾਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ, ਇੰਨਾ ਵਿਸ਼ਵਾਸ ਹੋ ਜਾਏ। ਮੈਨੂੰ ਇੱਕ ਇਤਿਹਾਸ ਦੀ ਛੋਟੀ ਜਿਹੀ ਗੱਲ ਯਾਦ ਆਈ। ਦਮਦਮਾ ਸਾਹਿਬ ਦੀ ਧਰਤੀ ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ। ਇੱਕ ਫਕੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਤੇ ਸ਼ਬਦ ਵਰਤੇ। ਦਮਦਮਾ ਸਾਹਿਬ ਵਿੱਚ ਸਤਿਗੁਰੂ ਦੇ ਨਾਲ ਪਰਿਵਾਰ ਨਹੀਂ ਸੀ, ਨਾਲ ਨਹੀਂ ਸਨ, ਕਿਉਂਕਿ ਸ਼ਹੀਦ ਹੋ ਚੁੱਕੇ ਸਨ। ਹਜ਼ੂਰ ਬਾਹਰ ਨਿਕਲੇ ਤੇ ਉਸ ਫਕੀਰ ਨੇ ਉੱਚੀ ਸਾਰੀ ਇੱਕ ਆਵਾਜ਼ ਮਾਰ ਕੇ, ਲੋਕੋ ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਇਤਿਹਾਸ ਦੇ ਵਿੱਚ ਸ਼ਬਦਾਵਲੀ ਲਿਖੀ ਹੋਈ ਹੈ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਅੱਜ ਜੇ ਵਿਸਾਹ ਦਾਨ ਦੀ ਗੱਲ ਸਿੱਖਣੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਸਿੱਖੀਏ। ਅੱਜ ਕੋਈ ਵੀ ਨਾਲ ਨਹੀਂ। ਆਵਾਜ਼ ਦੇ ਕੇ ਫਕੀਰ ਨੂੰ ਮੋੜਵਾ ਜਵਾਬ ਦਿੰਦੇ ਨੇ, ਫਕੀਰ ਬਾਬਾ ਨਾ ਡੱਲਾ ਨਾ ਮੱਲਾ, ਤੇ ਤੂੰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਇਕੱਲਾ।
मैं बिल्कुल इकल्ला नहीं, मेरे कोल एक विसाहदान है। कह लगे ना डल्ला ना मल्ला, गुरु गोबिंद सिंह दे नाल अल्लाह। बस ये है विशा, रब मेरे नाल है। ये है भरोसा, ये है यकीन, ये है विसाह। गुरु गोबिंद सिंह नाल अल्लाह। यही कारण है कि जदों भी गुरु साहब जी ने गुरु ग्रंथ साहब जी की बाणी लिखी है, दर्ज की है, हर सरलेख तो पहला, हर राग तो पहला उत्थे एक ओंकार नूं याद किया है। वो भरोसा है उसका, वो विसाह है उसका। वो विसाह की गल गुरु पातशाह जी ने की। जे गुरु ते प्रतीत है तो रब चेताउंदा है। जाके मन गुरु की प्रतीत, मैं लफ्ज वरत्या सी, तिस जन आवे हर प्रभ चीत। जे गुरु ते प्रतीत नहीं ते रब भी चेते नहीं जे आउणा, क्योंकि सतगुरु विच आप रखे उन्हें, उन्हें अपने आप नूं सतगुरु दे विच रखिया है। ये विसाहदान मेरे सतगुरु ने अपने आप नूं सतगुरु विच टिकाया होया है। गुरु ने गल समझ समझा दी है कि बिन गुरमुख ना पाइए भाई। ये गल गुरु ने सानू समझा दी है। गुरु ने सानू ये गल चंगी तरह प्रगट कर दी है। गुरु ते भरोसा बने, पहला परमात्मा ते दूजा गुरु ते। ये विश्वास बन जाए कि मेरा गुरु परमात्मा का साकार रूप है। प्रतीत विशाह श्रद्धा विसाह, प्रतीत तो बिना साडा गाविया होया भी थाए नहीं जे पैंदा। जिसनूं प्रतीत होवे उहदा गाया होया थां पवेगा, जिसनूं प्रतीत होवे तिसका गाविया थाए पवे। जिसनूं भरोसा है उहदी गाया होया थां प्रवान हुंदा है। जे गुरु रामदास महाराज सच्चे पातशाह नूं असीं पढ़दे हां, जे अंदर प्रतीत है, जे अंदर विसाह है, तो फिर तेरा गाविया सुनिया प्रवान है। जिसनूं प्रतीत होवे तिसका गाविया थाए पवे, सो पावे दरगाह मान। जो बिन प्रतीति कपटी कूड़ी कूड़ी अखी मीड़ दे, उनका उतर जाएगा झूठ गुमान। गुरु सच्चे पातशाह गुरु रामदास स्वामी जी दे बोल हैं सोरठ राग दे विच। बोल हैं सूही राग, माफ करना जी, सूही राग दे बोल हैं। जिसनूं प्रतीत होवे तिसका गाविया थाए पवे, सो पावे दरगाह मान। जो बिन प्रतीति कपटी कूड़ी कूड़ी अखी मीड़ दे, उनका उतर जाएगा झूठ गुमान। सूही राग दे बोल हैं गुरु रामदास सच्चे पातशाह जी दे। जे प्रतीत है ते परमात्मा ये मैनू वेखदा है, फिर ये गल साडे अंदर बन जाती है। मेरा गुरु मेरे नाल है, विश्वास करके बैठा होया है, फिर गाविया थाए पै जाए, फिर बोलिया थाए पै जाए। जे विश्वास नहीं, फिर भावें सारी जिंदगी होका दे जाइए। एक उदाहरण जी दे रहा हाँ, संसारिक उदाहरण। कुत्ते का काम हुंदा भौंकना। कोई भौंकण तो खुश होकर प्यार नाल उहनूं कोई टुक्कड़ सुट दे, कुत्ता भौंकना सुन के सोटा मारन लग पवे, दो ही चीजां ने। कुत्ते की बिरती कदी भौंकण वाली नहीं जाती। हजूर ये कहते ने, जे प्रतीत नहीं विसाह नहीं ते जे असीं अंदरों खाली हाँ, तो फिर साडा कुछ सलूक उस कुत्ते वर्गा नहीं। इहदा ख्याल करके देखिए, दिखावा कि होर ते अंदरों होर, किते ये गल तां नहीं। माफ कर दो जी, जे प्रतीत ना होवे, जो मर्जी असीं कही जाइए, मेरे गुरु की नजर में बंदे कपटी हैं, पखंडी हैं, जिन्हां कोल विसाहदान नहीं है। हजूर ने जिहड़े शब्द वरते कि विसाहदान
ਗੁਰਮੁਖਾਂ ਨੂੰ ਮਿਲਦਾ ਹੈ, ਮਨਮੁਖਾਂ ਨੂੰ ਨਹੀਂ ਮਿਲਦਾ। ਜਿਹੜਾ ਸਿੱਖ ਸ਼ਬਦ ਆਮ ਪੜ੍ਹਦੇ ਆ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜੰਤ ਤੋਂ ਰਾਖ ਲਈਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ, ਗੁਰਮੁਖਾਂ ਨੂੰ ਵਸਾਦਾਨ ਮਿਲਦਾ ਹੈ, ਭਰੋਸੇ ਵਾਲਿਆਂ ਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜੀ ਹੀ ਖੂਬਸੂਰਤ ਗੱਲ ਕੀਤੀ ਹੈ। ਕਹਿੰਦੇ ਹੰਸ ਨਾ ਛੱਡੇ ਮਾਨਸਰ, ਬਗਲਾ ਬਹੁਤ ਛੱਪੜਾ ਫਿਰ ਆਵੇ। ਉਦਾਹਰਨਾਂ ਦੇ ਕੇ ਗੱਲ ਕੀਤੀ ਹੈ। ਤਿੰਨ ਪ੍ਰਮਾਣ ਜਿਹੜੇ ਹਨ ਭਾਈ ਗੁਰਦਾਸ ਜੀ ਨੇ ਇਹ ਚ ਦਿੱਤੇ ਨੇ। ਕਹਿੰਦੇ ਨੇ ਕਿ ਮਾਨਸਰੋਵਰ ਤੇ ਬੈਠਾ ਹੰਸ ਵਿਸ਼ਵਾਸ ਨਾਲ ਬੈਠਦਾ, ਕਦੀ ਵੀ ਮਾਨਸਰੋਵਰ ਨੂੰ ਛੱਡਦਾ ਨਹੀਂ। ਜਿਹੜੇ ਬੇਵਿਸ਼ਵਾਸੀ ਹਨ ਉਹ ਬਗਲੇ ਦੀ ਤਰ੍ਹਾਂ ਹਨ, ਉਹ ਕਦੀ ਵੀ ਟਿਕ ਕੇ ਮਾਨਸਰੋਵਰ ਤੇ ਬੈਠ ਨਹੀਂ ਸਕਦੇ। ਜੇ ਗੁਰੂ ਸਾਹਿਬ ਕਹਿਣ ਲੱਗੇ ਜਿਸ ਦਿਨ ਰੱਬ ਦੇ ਸੰਤਾਂ ਦੀ ਉਦਾਹਰਨ ਦਿੱਤੀ ਉਹਨਾਂ ਨੇ, ਉਸ ਦਿਨ ਹੰਸ ਨਾਲ ਤੁਲਨਾ ਕੀਤੀ। ਜਿਹੜਾ ਬੇਪ੍ਰਤੀਤਾ ਹੋਵੇ ਉਹਦੀ ਤੁਲਨਾ ਗੁਰੂ ਜੀ ਨੇ ਬਗਲੇ ਨਾਲ ਕੀਤੀ। ਤੇ ਭਾਈ ਸਾਹਿਬ ਵੀ ਉਹੀ ਗੱਲ ਕਹਿੰਦੇ ਨੇ। ਕਹਿੰਦੇ ਨੇ ਕੋਇਲ ਕੇਵਲ ਅੰਬਾਂ ਦੇ ਬਾਗ 'ਚ ਬੈਠਦੀ ਹੈ, ਬਾਗਾਂ ਵਿੱਚ ਬੋਲਦੀ ਹੈ। ਉਹਨੂੰ ਫਿਰ ਬਰਾਗੀਆਂ ਨਾਲ ਤੁਲਨਾ ਦਿੱਤੀ। ਕਾਂ ਦਾ ਕੋਈ ਯਕੀਨ ਨਹੀਂ ਕਰਦਾ, ਦੂਜਾ ਕਾਂ ਦੀ ਉਦਾਹਰਨ ਦੇ ਦਿੱਤੀ, ਉਹ ਵੀ ਬੋਲਦਾ ਹੈ। ਉਹਦੇ ਅੰਦਰ ਵਿਸ਼ਵਾਸ ਕੋਈ ਨਹੀਂ, ਭਰੋਸਾ ਨਹੀਂ, ਥਾਂ ਥਾਂ ਭਟਕਦਾ ਹੈ। ਕਾਂ ਦਾ ਬੋਲਣਾ ਕਿਸੇ ਨੂੰ ਚੰਗਾ ਹੀ ਨਹੀਂ ਲੱਗਦਾ। ਤੀਜਾ ਉਦਾਹਰਨ ਦਿੱਤੀ, ਰੁੱਖ ਅਸੀਂ ਘਰ ਚ ਲਾਇਆ, ਪਾਣੀ ਦਿੱਤਾ, ਖਾਦ ਪਾਈ, ਫਿਰ ਅਸੀਂ ਕਹੀਏ ਨਹੀਂ ਇਹ ਫਲ ਨਹੀਂ, ਇਹ ਚੰਗਾ ਲੱਗਾ, ਰੁੱਖ ਨੂੰ ਪੁੱਟ ਕੇ ਬਾਹਰ ਵਾਲੇ ਪਾਸੇ ਲਾਈਏ। ਦੂਜੇ ਦਿਨ ਫਿਰ ਬਾਹਰ ਲਾ ਦਿੱਤਾ, ਤੀਜੇ ਦਿਨ ਕਿਹਾ ਨਹੀਂ ਇੱਥੇ ਵੀ ਚੰਗਾ ਨਹੀਂ ਲੱਗਾ, ਇਹਨੂੰ ਖੇਤਾਂ 'ਚ ਲੈ ਜਾਓ, ਖੇਤਾਂ 'ਚ ਆ ਕੇ ਲਾ ਦਿੱਤਾ। ਭਾਈ ਸਾਹਿਬ ਕਹਿਣ ਲੱਗੇ ਚੇਤੇ ਰੱਖੀ, ਯਾਦ ਰੱਖੀ, ਉਹ ਫਲ ਨਾਲ ਭਰਪੂਰ ਹੁੰਦੇ ਆ ਜਿਹੜੇ ਵਿਸ਼ਵਾਸ ਕਰਕੇ ਧਰਤੀ ਤੇ ਟਿਕੇ ਰਹਿੰਦੇ ਹਨ। ਥਾਂ ਥਾਂ ਰੁੱਖ ਦੀ ਥਾਂ ਬਦਲਿਆ ਉਹਨੂੰ ਫਲ ਨਹੀਂ ਲੱਗਦਾ। ਵਿਸ਼ਵਾਸ ਹੈ ਤਾਂ ਇੱਕ ਥਾਂ ਤੇ ਟਿਕ ਜਾ। ਬੇਪ੍ਰਤੀਤੀ ਥਾਂ ਥਾਂ ਤੇ ਭਟਕਣਾ, ਇਹਦੇ ਨਾਲ ਕਦੀ ਜ਼ਿੰਦਗੀ ਨੂੰ ਫਲ ਨਹੀਂ ਲੱਗ ਸਕਦਾ। ਬੜੇ ਕਮਾਲ ਦੀ ਉਦਾਹਰਨ ਦਿੱਤੀ, ਹੰਸ ਨਾ ਛੱਡੇ ਮਾਨਸਰ, ਬਗਲਾ ਬਹੁਤ ਛੱਪੜ ਫਿਰ ਆਵੇ। ਕੋਇਲ ਬੋਲੇ ਅੰਬ ਬਨ ਬਨ, ਬਣ ਕਾਹੂ ਕਾਓ ਕਥਾਉ ਸੁਣਾਵੇ। ਬੱਗ ਨਾ ਹੋਵਣ ਕੁੱਤੀਆਂ, ਗਾਏ ਗੋਰਸ ਬੰਸ ਵਧਾਵੇ। ਸਫਲ ਬਿਰਖ ਨਿਹਚਲ ਮਤੀ, ਨਿਫਲ ਮਾਨਸ ਦਹਿ ਦਿਸਤਾਵੇ। ਕਮਾਲ ਦੀ ਉਦਾਹਰਨ ਦਿੱਤੀ ਇਸ ਵਿਸ਼ਵਾਸ ਦੇ ਉੱਤੇ। ਇਸ ਭਰੋਸਾ ਹੈ। ਇੱਕ ਹੋਰ ਉਦਾਹਰਨ ਭਾਈ ਸਾਹਿਬ ਦਿੰਦੇ ਵੀ ਅਸੀਂ ਕਿਸ਼ਤੀ 'ਚ ਬੈਠਦੇ ਹਾਂ, ਪਾਣੀ ਪਾਰ ਕਰਨਾ, ਦਰਿਆ ਨੂੰ ਪਾਰ ਕਰਨਾ, ਬੇੜੀ ਵਿੱਚ ਬੈਠਦੇ ਹਾਂ। ਬੰਦੇ ਦਾ ਸੁਪਨਾ ਹੁੰਦਾ ਹੈ ਕਿ ਮੈਂ ਦਰਿਆ ਪਾਰ ਕਰ ਜਾਵਾਂਗਾ। ਬੰਦੇ ਨੂੰ ਤਰਨਾ ਨਹੀਂ ਆਉਂਦਾ, ਸਵਿਮਿੰਗ ਨਹੀਂ ਆਉਂਦੀ, ਚੱਪੂ ਮਾਰਨੇ ਦੀ ਵੀ ਉਹਨੂੰ ਜਾਂਚ ਨਹੀਂ ਆਉਂਦੀ, ਪਰ ਭਰੋਸਾ ਕਿਹਦੇ ਉੱਤੇ ਕੀਤਾ? ਆਪਣੇ ਮਲਾਹ ਦੇ ਉੱਤੇ। ਇੱਕ ਪਾਸੇ ਉਹ ਮਲਾਹ ਹੈ ਜਿਹਦੇ ਕੋਲ ਕੱਪੜੇ ਵੀ ਚੰਗੇ ਨਹੀਂ, ਘਰ ਵੀ ਚੰਗਾ ਨਹੀਂ, ਭਰੋਸਾ ਸੀ ਉਹਦੇ ਉੱਤੇ ਕਰਕੇ ਬੈਠ ਗਏ। ਸੈਂਕੜੇ ਬੰਦੇ ਉਹਦੀ ਬੇੜੀ 'ਚ ਬੈਠਦੇ ਆ ਤੇ ਕੱਲਾ ਬੇੜੀ 'ਚ ਬੈਠਦੇ ਆ। ਅਸੀਂ ਕਦੀ ਇਹ ਤਰਕ ਨਹੀਂ ਦੇ ਸਕਦੇ ਕਿ ਮਲਾਹ ਸਾਨੂੰ ਅੱਧ ਵਿਚਾਲੇ ਡੋਬ ਦੇਵੇਗਾ। ਸਾਨੂੰ ਇਹ ਨਹੀਂ ਗੱਲ ਹੁੰਦੀ, ਇਹ ਪਤਾ ਵਿਸ਼ਵਾਸ ਹੁੰਦਾ ਇਹ ਮਲਾਹ ਸਾਨੂੰ ਪਾਰ ਕਰਾ ਦੇਗਾ। ਤੇ ਸਤਿਗੁਰੂ ਕਹਿਣ ਲੱਗੇ ਭਲਿਆ ਸਿੱਖਾ, ਜੇ ਬੇੜੀ ਵਿੱਚ ਬੈਠਣ ਲੱਗਿਆ ਮਲਾਹ ਵਿਸ਼ਵਾਸ ਦਾ ਪਾਤਰ ਬਣ ਜਾਏ ਤਾਂ ਸੈਂਕੜਿਆਂ ਨੂੰ ਪਾਰ ਲਗਾ ਦਿੰਦਾ ਹੈ। ਕਿਤੇ ਗੁਰੂ ਮਲਾਹ ਪਰ ਵਿਸ਼ਵਾਸ ਕਰਕੇ ਦੇਖ, ਤੇਰੀ ਜ਼ਿੰਦਗੀ ਦੇ ਬੇੜੇ ਨੂੰ ਕਿਨਾਰੇ ਤੇ ਲਾ ਦੇਗਾ, ਕਿਨਾਰੇ ਤੇ ਨਹੀਂ ਲੈ ਕੇ ਦੇਗਾ। ਸਤਿਗੁਰੂ ਕਿਆ ਕਮਾਲ ਦੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਸਿੱਖਾ ਦੇਖ, ਦਰਿਆਵਾਂ ਦੇ ਨਦੀਆਂ ਵਿੱਚ ਪਏ ਹੋਏ ਬੇੜੀਆਂ ਦੇ ਮਲਾਹ ਉਹਨੂੰ ਦੂਜੇ ਕਿਨਾਰੇ ਤੇ ਉਤਾਰ ਦਿੰਦੇ ਨੇ, ਪਰ ਤੇਰਾ ਗੁਰੂ ਐਸਾ ਮਲਾਹ ਹੈ ਜੇ ਤੇਰਾ ਉਹਦੇ ਭਰੋਸਾ ਬਣ ਜਾਏ ਉਹ ਤੈਨੂੰ ਕਿਨਾਰੇ ਤੇ ਨਹੀਂ ਉਤਾਰੇਗਾ, ਉਹ ਫੜ ਕੇ ਤੈਨੂੰ ਆਪਣੇ ਘਰ ਵਿੱਚ ਵੀ ਲੈ ਜਾਏਗਾ। ਸਿੱਖਾ ਆ ਤੇਰਾ ਘਰ ਤੇ ਮੇਰਾ ਘਰ, ਮੇਰਾ ਘਰ ਤੇ ਤੇਰਾ ਘਰ। ਇਹ ਹੈ ਵਿਸ਼ਾ ਜਿਹੜਾ ਦਾਨ ਅਸੀਂ ਅਰਦਾਸ ਵਿੱਚ ਮੰਗਦੇ ਹਾਂ, ਜਿਹੜਾ ਇੰਨਾ ਭਰੋਸੇ ਦੀ ਗੱਲ ਅਸੀਂ ਕੀ ਕਰਦੇ ਹਾਂ। ਜੇ ਅਸੀਂ ਸੱਚਮੁੱਚ ਹੀ ਇਹ ਆਸ ਕਰਦੇ ਹਾਂ ਵੀ ਗੁਰੂ ਦੇ ਅੱਗੇ ਦਾਨ ਮੰਗਦੇ ਹਾਂ
ਤੇ ਸਾਨੂੰ ਇਹ ਭਰੋਸਾ ਬਣ ਜਾਏ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਮੈਨੂੰ ਕਦੀ ਵੀ ਦਾਗੀ ਨਹੀਂ ਹੋਣ ਦੇਵੇਗਾ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਜਦੋਂ ਤਰਲਾ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ, ਹਮ ਅੰਧਲੇ ज्ञानहीन अज्ञानी क्यों चाले मार्ग पंथा, हम अंधले को गुर अंचल दीजे जन नानक चले मलंथा। सतगुरु साडा तेरे ते विश्वास है, ਅਸੀਂ तेरे ते भरोसा करके आए हाँ, तुमरी शरण तुम्हारी आसा, तुम ही सजन सुहेले, राखो राखन हार दयाला, नानक घर के बोले। फिर गुरु सानू अपने घर विच लै जांदा है। ये है सब विसादान जिहड़ा अरदास विच ਅਸੀਂ निकाल प्रति मंगदे होइयां भुल्लां दी खमा, प्यार सतपदे दी सांझ करो जी। वाहिगुरू जी का खालसा, वाहिगुरू जी की फतेह।